देखो 5 वाली भी होगी, 4 वाली भी होगी, 8 वाली भी होगी, हुण गाहां 15 वाली लगी है। जिहनूं ऐ कहना होवे भी जे कोई मुकदमा बनया होए एक तां तरीका भुगतदा है, ਇਹ ਮੀਟਿੰਗਾਂ ਨੂੰ ਅਸੀਂ ਐਂ ਕਹਿ ਸਕਦੇ ਬਿਨਾਂ ਮੁਕੱਦਮੇ ਤੋਂ ਅਸੀਂ ਤਰੀਕਾ ਭੁਗਤ ਰਹੇ ਹਾਂ ਜੀ ਸਰਕਾਰ ਨਾਲ। ਉਹਨੂੰ ਲੱਗਦਾ ਵੀ ਜੇ ਬਾਰ-ਬਾਰ ਮੀਟਿੰਗਾਂ ਸੱਦਣੀਆਂ ਤੇ ਦੇਣਾ ਕੁਛ ਹੈ ਨਹੀਂ, ਜਲੀਲ ਕਰਨਾ ਹੈ, ਇਹਦੇ ਚੋਂ ਕਿਸਾਨ ਆਗੂ ਅੱਕ ਕੇ ਮੀਟਿੰਗਾਂ 'ਚ ਆਉਣੋਂ ਹਟ ਜਾਣ ਤਾਂ ਫਿਰ ਉਹ ਲੋਕਾਂ ਨੂੰ ਇਹ ਕਹਿ ਸਕਣ ਵੀ ਅਸੀਂ ਨਿਬੇੜਨਾ ਚਾਹੁੰਦੇ ਹਾਂ। ਇਹ ਲਗਾਤਾਰ ਮੀਟਿੰਗਾਂ ਦਾ ਬਾਈਕਾਟ ਕਰੀ ਜਾਂਦੇ ਹੈ, ਜਿਹਦਾ ਮਤਲਬ ਫਿਰ ਜਿਹੜਾ ਜਬਰ ਵਾਲਾ ਉਹਨਾਂ ਦਾ ਹੈਗਾ ਉਹਦੇ ਲਈ ਉਹਨੂੰ ਇੱਕ ਬਹਾਨਾ ਬਣ ਜੇ। ਹੁਣ ਜਿੰਨਾ ਤਜਰਬਾ ਇਹ ਹੋਇਆ 50 ਸਾਲਾਂ ਦੇ ਵਿੱਚ, ਜਨ ਦੀ ਕੋਈ ਇਹਨਾਂ ਦਾ ਜਿੱਡਾ ਵੱਡਾ ਮਾਹਰ ਹੋਵੇ, ਅਸੀਂ ਦਾਅਵਾ ਕਰਦੇ ਹਾਂ ਕਿ ਸਾਨੂੰ ਸਟੇਜ 'ਤੇ ਨਹੀਂ ਹਰਾ ਸਕਦੇ ਤੇ ਸਾਡਾ ਦਾਅਵਾ ਹੈ ਮੈਦਾਨ ਦੇ ਵਿੱਚ ਸਾਨੂੰ ਲੋਕ ਨਹੀਂ ਹਰਨ ਦੇਣਗੇ। ਬਾਬਾ ਲੱਖਾ ਸਿੰਘ ਇੱਕ ਨਵਾਂ ਪੜਾਅ ਸ਼ੁਰੂ ਹੈ। ਬਾਬਾ ਲੱਖਾ ਸਿੰਘ ਉੱਥੇ ਮੀਟਿੰਗ ਕਰਕੇ ਆਏ ਨੇ ਖੇਤੀ ਮੰਤਰੀ ਤੋਮਰ ਨਾਲ ਕਿ ਅਸੀਂ ਗੱਲਬਾਤ ਨੇੜੇ ਲਾਵਾਂਗੇ, ਕੀ ਲੱਗਦਾ ਤੁਹਾਨੂੰ? ਸਾਨੂੰ ਤਾਂ ਪਤਾ ਲੱਗਿਆ ਕਿ ਉੱਥੇ ਸਮੈਕ ਦਾ ਕੇਸ ਬਣਿਆ, ਫਿਰ ਬਾਬਾ ਕਾਹਦਾ ਕਹਿਣ ਨੂੰ ਬਾਬਾ ਹੈ, ਨੂੰ ਮਰਜ਼ੀ ਪਾਲਣ, ਕਿਸੇ ਬਲਾਨੇ ਦੂਜੇ ਦੇਸ਼ਾਂ ਦੇ ਕਿਸੇ ਪ੍ਰਧਾਨ ਮੰਤਰੀ ਨੂੰ ਲਿਆਉਣ, ਰਾਸ਼ਟਰਪਤੀ ਨੂੰ ਲਿਆਉਣ, ਇਹ ਕਾਨੂੰਨ ਰੱਦ ਹੋਏ ਬਿਨਾਂ ਕੋਈ ਹੱਲ ਨਹੀਂ। ਦੂਜਾ ਸਰਕਾਰ ਕੋਲੇ ਤਾਕਤ ਹੈ, ਉਹ ਤਾਕਤ ਵਰਤ ਕੇ ਠਾ ਦੇ। ਦੋਨਾਂ ਰਾਹਾਂ ਤੋਂ ਬਿਨਾਂ ਕੋਈ ਰਾਹ ਨਹੀਂ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਅਮਨਦੀਪ ਸਿੰਘ ਮਾਝਾ। ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸਾਡੀ ਟੀਮ ਪੰਜਾਬੀ ਲੋਕ ਚੈਨਲ ਦੀ ਟੀਮ ਟਿਕਰੀ ਬਾਰਡਰ ਤੇ ਤੈਨਾਤ ਆ। ਸਟੇਜ ਤੇ ਪਹੁੰਚੇ ਹੋਏ ਆ। ਇੱਥੇ ਪਕੌੜਾ ਚੌਂਕ 'ਚ ਸਟੇਜ ਲੱਗੀ ਹੋਈ ਆ, ਵੱਡਾ ਇਕੱਠ ਆ, ਵੱਡੇ ਜਥੇਬੰਦੀ ਆਗੂ ਨੇ। ਸੋ ਤੁਹਾਨੂੰ ਦੱਸ ਦਈਏ ਕਿ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਚੰਡਾ ਸਿੰਘ ਜੇਠੂਕੇ ਜੀ ਮੌਜੂਦ ਨੇ। ਜੇਠੂਕੇ ਸਾਹਿਬ, ਕਿਵੇਂ ਦੀ ਰਣਨੀਤੀ ਚੱਲ ਰਹੀ ਹੈ, ਕਿਵੇਂ ਦੀ ਰੂਪ ਰੇਖਾ ਚੱਲ ਰਹੀ ਹੈ? ਦੇਖੋ, ਜਿਹੜਾ ਇਹ ਘੋਲ ਹੈ ਪੰਜਾਬ ਤੋਂ ਸ਼ੁਰੂ ਹੋਇਆ, ਦਿੱਲੀ ਦੀਆਂ ਬਰੂਹਾਂ ਤੇ ਆਇਆ ਹੈ। ਇਸ ਘੋਲ ਨੇ ਪੂਰੀ ਤਰ੍ਹਾਂ ਹਰਿਆਣਾ ਹਲੂਣ ਲਿਆ, ਰਾਜਸਥਾਨ ਹਲੂਣ ਲਿਆ, ਦੂਜੀਆਂ ਸਟੇਟਾਂ ਵੀ ਉੱਠੀਆਂ ਹੋਈਆਂ, ਜਿਹਦਾ ਮਤਲਬ ਇਹ ਘੋਲ ਹੁਣ ਜੇ ਕਹਿਣਾ ਹੋਵੇ ਪੂਰੀ ਭਾਰਤ ਦਾ ਤੇ ਪੂਰੀ ਦੁਨੀਆ ਦਾ ਘੋਲ ਬਣ ਚੁੱਕਿਆ ਹੈ। ਇਹ ਘੋਲ ਇਕੱਲੀ ਕਿਸਾਨੀ ਦਾ ਨਹੀਂ, ਹੁਣ ਲੋਕਾਂ ਦਾ ਘੋਲ ਬਣ ਚੁੱਕਿਆ ਹੈ। ਇਹ ਘੋਲ ਦਾ ਇਹ ਉਹ ਹੈਗਾ। ਵੈਸੇ ਇੱਕ ਤੁਸੀਂ ਸਪੀਚ ਕਰ ਰਹੇ ਸੀ, ਗੱਲਬਾਤ ਕਰਦੇ ਕਿ 11 ਜਨਵਰੀ ਤੇ 12 ਜਨਵਰੀ ਨੂੰ ਇਹ ਪਕੌੜਾ ਚੌਂਕ 'ਚ ਜਿਹੜੀ ਸਟੇਜ ਲੱਗਦੀ ਉਹ ਨਹੀਂ ਲੱਗੂ, ਕਿਉਂ ਨਹੀਂ ਲੱਗੂ? ਇਹ ਜਿਹੜੀ ਅਸੀਂ 2 ਦਿਨਾਂ ਦੀ ਸਟੇਜ ਬੰਦ ਕਰ ਰਹੇ ਹਾਂ ਕਿਉਂਕਿ ਅਸੀਂ ਜਦੋਂ ਸਿੱਖਿਆ ਜਾ ਕੇ ਮੀਟਿੰਗਾਂ ਕਰਾਉਣੀਆਂ, ਕੱਲ੍ਹ ਨੂੰ ਜੇ ਮਤਲਬ 8 ਜ਼ਿਲ੍ਹਿਆਂ ਦੀ ਮੀਟਿੰਗ ਕਰਾਉਣੀ ਹੈ, 8 ਜ਼ਿਲ੍ਹੇ ਇੱਥੇ ਜੇ ਨਹੀਂ ਪਹੁੰਚ ਸਕਣਗੇ, ਇਹ ਇਕੱਠ ਇੰਨਾ ਫਿੱਕਾ ਬਣੂ, ਕਿਸੇ ਨੂੰ ਭੁਲੇਖਾ ਖੜਾ ਹੋ ਸਕਦਾ ਵੀ ਕੀ ਗੱਲ ਹੋ ਗਈ, ਲੋਕ ਮਗਰ ਮੁੜ ਗਏ। ਅਸੀਂ ਉਹ ਭੁਲੇਖਾ ਨਹੀਂ ਦੇਣਾ, ਤਾਂ ਕਿ ਐਲਾਨੀਆਂ ਅਸੀਂ ਸਟੇਜ ਬੰਦ ਕਰੀ ਹੈ। ਕਿਉਂਕਿ ਜੇ ਸਟੇਜ ਨਹੀਂ ਲੱਗੂ, ਅਗਰ ਨੂੰ ਲੱਗ ਜਵੇ ਇਹ ਹੋਰ ਕੰਮ ਕਰ ਰਹੇ ਹੈ, ਕਿਉਂਕਿ ਉਹ ਜਿਹੜੀਆਂ ਮੀਟਿੰਗਾਂ ਹੋਣੀਆਂ ਉਹਨਾਂ ਮੀਟਿੰਗਾਂ ਨੇ ਵੀ ਵਾਇਰਲ ਹੋਣਾ ਹੈ। ਮੀਟਿੰਗਾਂ ਕਿਹੜੇ ਜ਼ਿਲ੍ਹਿਆਂ 'ਚ ਹੋਣੀਆਂ ਨੇ ਜੇਠੂਕੇ ਸਾਹਿਬ? ਦੇਖੋ, ਜਿਹੜੀਆਂ ਕੱਲ੍ਹ ਨੂੰ ਮੀਟਿੰਗਾਂ ਹੋ ਰਹੀਆਂ, ਕੱਲ੍ਹ ਨੂੰ ਬਠਿੰਡੇ ਦੀ ਹੋ ਰਹੀ ਹੈ, ਮਾਨਸਾ ਦੀ ਹੋ ਰਹੀ ਹੈ, ਅੰਮ੍ਰਿਤਸਰ ਗੁਰਦਾਸਪੁਰ ਦੀ ਹੋ ਰਹੀ ਹੈ, ਆਈ ਇਹ ਬਰਨਾਲੇ ਦੀ ਹੋ ਰਹੀ ਹੈ, ਪਟਿਆਲੇ ਦੀ ਮੀਟਿੰਗ ਹੋ ਰਹੀ ਹੈ। ਇਸ ਟਾਈਮ ਦਾ ਡਿਊਟੀ ਸਾਡੀਆਂ ਡਿਊਟੀਆਂ ਲੱਗੀਆਂ ਹੋਈਆਂ। ਅਸੀਂ 3 ਜਣੇ ਨੇ ਮੀਟਿੰਗਾਂ ਕਰਾਉਣੀਆਂ, ਇਹ ਜਿਹਦੇ ਇੱਕ ਪ੍ਰਧਾਨ ਜੀ ਹੈਗੇ, ਉਹਨਾਂ ਦੇ ਨਾਲ ਹਰਵਿੰਦਰ ਬਿੰਦੂ ਹੈ, ਇੱਧਰ ਸੰਗਾਰਾ ਸੋਮਾਨ ਹੈ, ਇਹਨਾਂ ਨੇ ਮੀਟਿੰਗਾਂ ਕਰਾਉਣੀਆਂ, ਇੱਕ ਮੈਂ ਮੀਟਿੰਗਾਂ ਕਰਾਉਣੀਆਂ। ਨਾਲ ਸਾਡੇ ਜਿਹੜੇ ਉਹਨਾਂ ਨਾਲ ਸੰਬੰਧਿਤ ਜ਼ਿਲ੍ਹੇ ਹੈ ਉਹ ਵੀ ਨਾਲ ਹੋਣਗੇ। ਇਹ ਮੀਟਿੰਗਾਂ ਸਿਰਫ ਉਗਰਾਹਾਂ ਗਰੁੱਪ ਦੀਆਂ ਹੋਣਗੀਆਂ? ਇਹ ਇਕੱਲੇ ਉਗਰਾਹਾਂ ਗਰੁੱਪ ਦੀਆਂ ਮੀਟਿੰਗਾਂ ਹੈਗੀਆਂ, ਉਹਨਾਂ ਦੀਆਂ ਹੋਣੀਆਂ। ਇਹ ਰਣਨੀਤੀ ਕੀ ਆ? ਕੋਈ 26 ਜਨਵਰੀ ਦੀ ਰਣਨੀਤੀ ਬਣਦੀ ਹੈ ਜਾਂ ਕੀ ਗੱਲ? 26 ਦੀ ਜਿਹੜੀ ਰਣਨੀਤੀ ਹੈ, ਦੇਖੋ ਸੱਦਾ ਆਇਆ ਹੋਇਆ ਹੈ, ਜਿਹੜਾ ਆਪਣਾ ਸਾਂਝਾ ਫੋਰਮ ਬਣਿਆ ਹੋਇਆ ਹੈ, ਅੱਜ ਉਹਦੀ ਪੂਰੀ ਜਿਹੜੀ ਰੂਪ ਰੇਖਾ ਵਾਲੀ ਹੈਗੀ ਆ, ਉਹ ਮੀਟਿੰਗ ਹੋ ਰਹੀ ਹੈ ਸਾਡੇ ਹਿਸਾਬ ਨਾਲ, ਕਿਉਂਕਿ ਸਾਨੂੰ ਨਹੀਂ ਲੱਗਦਾ ਵੀ ਉਸ ਮੀਟਿੰਗ 'ਚ ਕੋਈ ਹੋਰ ਗੱਲ ਹੋਊਗੀ। ਸਾਡੇ ਸੂਬਾ ਪ੍ਰਧਾਨ ਤੇ ਸੂਬਾ ਮੀਤ ਪ੍ਰਧਾਨ ਉਸ ਮੀਟਿੰਗ ਦੇ ਵਿੱਚ ਗਏ ਹੋਏ ਆ, ਉਹਦਾ ਪੂਰਾ ਵਿਸਤਾਰ ਤਾਂ ਉਹਨਾਂ ਦੇ ਆਇਆਂ ਤੋਂ ਪਤਾ ਲੱਗੂ ਕਿ ਪੂਰੀ ਰਣਨੀਤੀ ਕੀ ਬਣਿਆ, ਕਿਵੇਂ ਕਰਨਾ ਹੈਗਾ। ਜੇਠੂਕੇ ਸਾਹਿਬ, ਵੈਸੇ ਮੀਟਿੰਗਾਂ ਤੇ ਮੀਟਿੰਗਾਂ ਹੋ ਰਹੀਆਂ ਨੇ, ਮੀਟਿੰਗ 5 ਜਨਵਰੀ ਦੀ ਵੀ ਹੋਈ, ਉਸ ਤੋਂ ਬਾਅਦ 8 ਜਨਵਰੀ ਦੀ ਹੋਈ, ਕੀ ਲੱਗਦਾ ਤੁਹਾਨੂੰ 8 ਜਨਵਰੀ ਵਾਲੀ ਬਿਲਕੁਲ ਹੀ ਬੇਸਿੱਟਾ ਰਹੀ ਆ? ਸਰਕਾਰ ਦਾ ਰੁਖ ਕੀ ਲੱਗਦਾ ਤੁਹਾਨੂੰ? ਦੇਖੋ, 5 ਵਾਲੀ ਵੀ ਹੋ ਗਈ, 4 ਵਾਲੀ ਵੀ ਹੋ ਗਈ, 8 ਵਾਲੀ ਵੀ ਹੋ ਗਈ, ਹੁਣ ਗਾਹਾਂ 15 ਵਾਲੀ ਲੱਗੀ ਹੈ। ਜਿਹਨੂੰ ਐਂ ਕਹਿਣਾ ਹੋਵੇ ਵੀ ਜੇ ਕੋਈ ਮੁਕੱਦਮਾ ਬਣਿਆ ਹੋਏ ਇੱਕ ਤਾਂ ਤਰੀਕਾ ਉਹ ਭੁਗਤਦਾ ਹੈ, ਇਹ ਮੀਟਿੰਗਾਂ ਨੂੰ ਅਸੀਂ ਐਂ ਕਹਿ ਸਕਦੇ ਬਿਨਾਂ ਮੁਕੱਦਮੇ ਤੋਂ ਅਸੀਂ ਤਰੀਕਾ ਭੁਗਤ ਰਹੇ ਹਾਂ ਜੀ ਸਰਕਾਰ ਨਾਲ। ਇਹ ਬਣਦਾ ਕਿਉਂਕਿ ਜਦੋਂ ਵੀ ਕੁਛ ਨਿਕਲਣੇ ਨਹੀਂ ਤੇ ਸਰਕਾਰ ਹਜੇ ਇਹਦੇ 'ਚ ਕੁਛ ਕੱਢਣਾ ਚਾਹੁੰਦੀ ਨਹੀਂ ਹੈਗੀ, ਫਿਰ ਸਾਡਾ ਬਣਦਾ ਵੀ ਸਰਕਾਰ ਮੀਟਿੰਗਾਂ ਨਾ ਸੱਦੇ। ਪਰ ਇਹਦੇ ਬਾਵਜੂਦ ਸਰਕਾਰ ਮੀਟਿੰਗਾਂ ਕਿਉਂ ਸੱਦ ਰਹੀ ਹੈ? ਉਹਨੂੰ ਲੱਗਦਾ ਵੀ ਜੇ ਬਾਰ-ਬਾਰ ਮੀਟਿੰਗਾਂ ਸੱਦਣੀਆਂ ਤੇ ਦੇਣਾ ਕੁਛ ਹੈ ਨਹੀਂ, ਜਲੀਲ ਕਰਨਾ ਹੈ, ਇਹਦੇ 'ਚੋਂ ਕਿਸਾਨ ਆਗੂ ਅੱਕ ਕੇ ਮੀਟਿੰਗਾਂ 'ਚ ਆਉਣੋਂ ਹਟ ਜਾਣ ਤਾਂ ਫਿਰ ਉਹ ਲੋਕਾਂ ਨੂੰ ਇਹ ਕਹਿ ਸਕਣ ਵੀ ਅਸੀਂ ਨਿਬੇੜਨਾ ਚਾਹੁੰਦੇ ਹਾਂ। ਇਹ ਲਗਾਤਾਰ ਮੀਟਿੰਗਾਂ ਦਾ ਬਾਈਕਾਟ ਕਰੀ ਜਾਂਦੇ ਹੈ, ਜਿਹਦਾ ਮਤਲਬ ਫਿਰ ਜਿਹੜਾ ਜਬਰ ਵਾਲਾ ਉਹਨਾਂ ਦਾ ਹੈਗਾ
ਉਹਦੇ ਲਈ ਉਹਨੂੰ ਇੱਕ ਬਹਾਨਾ ਬਣ ਜੇ। ਇਸ ਦੀ ਯੂਨੀਅਨ ਕੋਈ ਬਹਾਨਾ ਨਹੀਂ ਦਿੰਦੀ ਕੇਂਦਰ ਸਰਕਾਰ ਨੂੰ। ਅਸੀਂ ਦੇਖੋ ਜਿੰਨੇ ਚਿਰ ਦੇ ਕੰਮ ਕਰਨ ਲੱਗੇ ਹਾਂ, ਕੱਲੀਆਂ ਅਸੀਂ ਜਥੇਬੰਦੀ ਨਹੀਂ, ਲਗਭਗ ਸਾਰੀਆਂ ਜਥੇਬੰਦੀਆਂ, ਕਿਸੇ ਦਾ 30 ਸਾਲ ਦਾ ਤਜਰਬਾ, ਕਿਸੇ ਦਾ 50 ਸਾਲ ਦਾ, ਕਿਸੇ ਦਾ 40 ਸਾਲ ਦਾ ਤਜਰਬਾ ਹੈ। ਉਹ ਤਜਰਬੇ 'ਚੋਂ ਹਾਕਮਾਂ ਬਾਰੇ ਅਸੀਂ ਬਹੁਤ ਸਪਸ਼ਟ ਹਾਂ। ਜੇ ਮੇਰਾ ਵੀ ਕਹਿਣਾ ਹੋਵੇ, ਮੈਂ 5 ਪਾਸ ਅਨਪੜ੍ਹ ਹਾਂ, ਜਿਹਦਾ ਮਤਲਬ ਜੇ ਕਹਿਣਾ ਹੋਵੇ ਉਦੋਂ ਨਲਾਇਕ ਬੱਚਾ ਸੀ ਮੈਂ ਪੜ੍ਹਾਈ 'ਚ। ਹੁਣ ਜਿੰਨਾ ਤਜਰਬਾ ਇਹ ਹੋਇਆ 50 ਸਾਲਾਂ ਦੇ ਵਿੱਚ, ਜਨ ਦੀ ਕੋਈ ਇਹਨਾਂ ਦਾ ਜਿੱਡਾ ਵੱਡਾ ਮਾਹਰ ਹੋਵੇ, ਅਸੀਂ ਦਾਅਵਾ ਕਰਦੇ ਹਾਂ ਕਿ ਸਾਨੂੰ ਸਟੇਜ 'ਤੇ ਨਹੀਂ ਹਰਾ ਸਕਦੇ, ਤੇ ਸਾਡਾ ਦਾਅਵਾ ਮੈਦਾਨ ਦੇ ਵਿੱਚ ਸਾਨੂੰ ਲੋਕ ਨਹੀਂ ਹਰਨ ਦੇਣਗੇ। ਨਹੀਂ ਜੇਠੂਗੇ ਸਾਹਿਬ, ਖੇਤੀ ਮੰਤਰੀ ਨਰਿੰਦਰ ਤੋਮਰ ਨੇ ਉਸ ਦਿਨ ਕਿਹਾ ਮੀਟਿੰਗ ਤੋਂ ਬਾਅਦ ਕਿ ਕਿਸਾਨਾਂ ਕੋਲ ਕੋਈ ਗੱਲ ਹੀ ਨਹੀਂ ਰਹੀ, ਕੋਈ ਉਹਨਾਂ ਨੇ ਸਾਨੂੰ ਉਹ ਨਹੀਂ ਦੱਸਿਆ ਵੀ ਇਹ ਤੋਂ ਉਹ ਆ ਵੀ ਅਸੀਂ ਸੋਧ ਕਰ ਦਈਏ, ਵੀ ਬਾਕੀ ਤਾਂ ਅਸੀਂ ਸੋਧ ਕਰਨ ਨੂੰ ਤਿਆਰ ਹਾਂ, ਪਰ ਕਿਸਾਨਾਂ ਨੇ ਪੂਰੀ ਗੱਲਬਾਤ ਕਰੀ ਨਹੀਂ। ਦੇਖੋ ਜਿੱਥੋਂ ਤੱਕ ਸੋਧਾਂ ਦਾ ਮਾਮਲਾ ਹੈ, ਸ਼ੁਰੂ ਤੋਂ ਸਾਡੀ ਮੰਗ ਹੈ ਕਿ ਕਾਨੂੰਨ ਸਾਡੀ ਖੇਤੀ ਨੂੰ ਉਜਾੜਦੇ ਆ, ਸਾਡੇ ਮੌਤ ਦੇ ਬਰਾਂਟਾਂ ਨੂੰ ਵਾਪਸ ਲਓ। ਇਹਦੇ ਬਾਵਜੂਦ ਉਹ ਕਹਿੰਦੇ ਨਹੀਂ ਚਰਚਾ ਕਰੋ, ਇਹ ਕਿਸਾਨਾਂ ਦੇ ਹੱਕ 'ਚ ਫਲਾਨੀ ਗੱਲ ਹੈ, ਉਹ ਤਾਂ ਚਰਚਾ ਵੀ ਕਰ ਲਈ। ਚਰਚਾ ਦੇ ਵਿੱਚ ਜੋ ਇੱਧਰੋਂ ਸਾਡੇ ਆਗੂਆਂ ਨੇ ਜਵਾਬ ਦਿੱਤੇ, ਲਾਜਵਾਬ ਕਰੀ ਹੈ ਸਰਕਾਰ, ਕਾਨੂੰਨਾਂ 'ਚ ਕੀ ਗੜਬੜਾ ਕੱਲੀ ਕੱਲੀ ਦਿਖਾਈ ਹੈ, ਤੇ ਉਹਦੇ 'ਚੋਂ ਦੁਆਰੇ ਕਹਿੰਦੇ ਵੀ ਫਿਰ ਜਿਹੜੇ ਤੁਸੀਂ ਗੜਬੜਾਂ ਦਿਖਾਉਂਦੇ ਹੋ ਅਸੀਂ ਇਹਨੂੰ ਸੋਧ ਕਰ ਦਿੰਦੇ ਹਾਂ, ਜਿਹਦਾ ਮਤਲਬ ਪਹਿਲਾਂ ਕਾਨੂੰਨ ਦਾ ਆਧਾਰ ਹੀ ਗਲਤ ਹੈ। ਇਹ ਸਟੇਟਾਂ ਦਾ ਅਧਿਕਾਰ ਸੀ, ਹਿੱਕ ਦਾ ਧੱਕਾ ਵਰਤ ਕੇ ਇਹਨੂੰ ਬਦਲ ਕੇ ਵੀ ਕਣਕ ਨੂੰ ਆਟਾ ਕਹਿੰਦਾ, ਵੀ ਕਣਕ ਦਾ ਆਟਾ ਬਣਦਾ, ਆਟਾ ਵੇਚਦੇ, ਅਸੀਂ ਆਟਾ ਤਾਂ ਨਹੀਂ ਵੇਚਦੇ ਬਾਜ਼ਾਰ 'ਚ, ਕਣਕ ਵੇਚਦੇ ਹਾਂ। ਜੀਰੀ ਹੈ ਉਹਨੂੰ ਚੌਲ ਕਹਿੰਦਾ, ਇਹਨੂੰ ਆਟਾ ਤੇ ਚੌਲ ਬਣਾ ਕੇ ਜਿਹਨਾਂ ਆਪਦੇ ਕਾਨੂੰਨ ਤਹਿਤ ਲਿਆਏ, ਵੀ ਤਾਂ ਵਪਾਰ ਦਾ ਕੰਮ ਹੋ ਗਿਆ। ਇਸ ਕਰਕੇ ਕਾਨੂੰਨ ਪਹਿਲੀ ਗੱਲ ਤਾਂ ਗੈਰ ਕਾਨੂੰਨੀ ਬਣੇ ਹੋਏ ਹੈ, ਤੇ ਇਹਦੇ 'ਚੋਂ ਲਾਜਵਾਬ ਕੀਤੇ ਹੈ। ਹੁਣ ਜਦੋਂ ਕਹਿੰਦੇ ਹੈ ਮੰਨ ਕੇ ਵੀ ਇਹ ਕਿ ਇਹ ਤੁਸੀਂ ਸੋਧਾ ਨਹੀਂ ਕਰਾਉਣਾ ਚਾਹੁੰਦੇ, ਕਾਨੂੰਨ ਵਾਪਸ ਕਰਾਉਣਾ ਚਾਹੁੰਦੇ, ਮੇਰੇ ਗੱਲੇ ਦੇ ਬਸ ਨਹੀਂ, ਤੋਮਰ ਸਾਹਿਬ ਕਹਿ ਕੇ ਜਾਂਦੇ ਆ। 5 ਨੂੰ ਵੀ ਕਿਹਾ, ਉਸ ਤੋਂ ਬਾਅਦ ਵਾਲੀ ਮੀਟਿੰਗ 4 ਨੂੰ ਵੀ ਕਿਹਾ ਕਿ ਇਹ ਅਸੀਂ ਆਪਦੀ ਗਾਹਾਂ ਵਾਲੀ ਜਿਹੜੀ ਕੈਬਨਿਟ ਹੈ ਉਹਦੇ ਵਿਚਾਰ ਕੇ ਦਾ ਕੋਈ ਹੱਲ ਕੱਢਾਂਗੇ, ਪਰ ਉਹਦੇ 'ਚ ਵਿਚਾਰ ਕੇ ਆ ਕੇ ਕੀ ਕਰਦੇ, ਉਸੇ ਥਾਂ 'ਤੇ ਫੇਰ ਆ ਜਾਂਦੇ ਆ, ਜਿਹਦਾ ਮਤਲਬ ਬਾਰ-ਬਾਰ ਮੀਟਿੰਗਾਂ ਸੱਦ ਕੇ ਇੱਧਰੋਂ ਜਲੀਲ ਕਰਕੇ ਚਾਹੁੰਦੇ ਵੀ ਇਹ ਮੀਟਿੰਗਾਂ ਦਾ ਬਾਈਕਾਟ ਕਰਕੇ ਮੁੜ ਕੇ ਆਉਣ ਨਾ, ਉਹ ਕਰਨਾ ਚਾਹੁੰਦੇ, ਹੋਰ ਕੋਈ ਗੱਲ ਨਹੀਂ। ਐ ਨਹੀਂ ਵੀ ਉਹਨੂੰ ਗੱਲ ਨਹੀਂ ਆਈ ਹੈਗੀ ਹੈ, ਉਹ ਪਬਲਿਕ ਤੌਰ ਤੇ ਕਰ ਲੈਣ, ਵੈਸੇ ਜਿਹੜੀ ਕਰਨੀ ਹੈ, ਜਾਂ ਉਹਨੂੰ ਲੱਗਦੀ ਹੈ ਪੂਰੀ ਤਰ੍ਹਾਂ ਮੀਡੀਆ ਨੂੰ ਦਿਖਾਉਣ ਵੀ ਤੋਮਰ ਸਾਹਿਬ ਕੀ ਬੋਲਦੇ ਹੈ, ਸਾਡੇ ਆਗੂ ਕੀ ਬੋਲਦੇ, ਜੇ ਐਂ ਬਹਿਸ ਕਰਨੇ ਤਾਂ ਖੁੱਲੇ ਮੈਦਾਨ 'ਚ ਆ ਜਾਣ ਜਦੋਂ ਮਰਜ਼ੀ। ਜੇਠੂਗੇ ਸਾਹਿਬ ਕੀ ਲੱਗਦਾ ਤੁਹਾਨੂੰ, ਕਿਉਂ ਲੰਮਾ ਸਮਾਂ ਲੈ ਰਹੇ ਨੇ? 4 ਦਿਨ ਦੀ ਮੀਟਿੰਗ ਪਾ ਦਿੰਦੇ ਨੇ, 7 ਦਿਨ ਦੀ ਮੀਟਿੰਗ ਪਾ ਦਿੰਦੇ, ਕੀ ਲੱਗਦਾ ਰਵੱਈਆ ਕੀ ਲੱਗਦਾ ਸਰਕਾਰ? ਉਸ ਕਰਕੇ ਰਵੱਈਆ, ਕਿਉਂਕਿ ਜਿਹੜਾ ਸਰਕਾਰ ਇੱਥੋਂ ਤੱਕ ਵੀ ਉਹਨਾਂ ਨੇ ਕਿਹਾ ਵੀ ਅਸੀਂ ਪੂਰੀਆਂ ਸੋਧਾਂ ਕਰਨ ਨੂੰ ਤਿਆਰ, ਖਾਲੀ ਡੱਬਾ ਤਾਂ ਛੱਡ ਦਿਓ, ਜਿਹਦਾ ਲੋਕਾਂ ਨੂੰ ਧੋਖਾ ਦੇਣਾ ਚਾਹੁੰਦੇ ਆ, ਜਿਹਦਾ ਮਤਲਬ ਉਹ ਸੋਧਾਂ ਕਰਾ ਕੇ ਕਾਨੂੰਨ ਰੱਖਣਾ ਚਾਹੁੰਦੇ ਆ, ਤੇ ਜਦੋਂ ਕਾਨੂੰਨ ਰਹਿ ਗਏ, ਜਿਹਦਾ ਮਤਲਬ ਸਰਕਾਰੀ ਮੰਡੀ ਦੇ ਮੁਕਾਬਲੇ ਪ੍ਰਾਈਵੇਟ ਮੰਡੀ ਜਾ ਬੜੀ, ਤੇ ਜਿਹੜਾ ਖੁੱਲਾ ਹੋ ਜਿੰਨਾ ਮਤਲਬ ਇਕੱਠਾ ਕਰ ਲੈਣਾ ਅਨਾਜ, ਸਟੋਰ ਕਰ ਲੈਣਾ, ਉਹ ਰਹਿ ਗਿਆ। ਫਿਰ ਜਿਹੜੇ ਸੋਧਾਂ ਨੂੰ ਤਾਂ ਫਿਰ ਜਦੋਂ ਮਰਜ਼ੀ ਬਦਲ ਲੈਣਗੇ, ਤੇ ਜਦੋਂ ਸਰਕਾਰੀ ਅਦਾਰੇ ਦੇ ਮੁਕਾਬਲੇ ਕੋਈ ਪ੍ਰਾਈਵੇਟ ਅਦਾਰਾ ਆਉਂਦਾ ਹੈ, ਜਦੋਂ ਆਪਦੇ ਜ਼ੋਰ ਤੇ ਆਵੇ, ਫਿਰ ਤਾਂ ਸਰਕਾਰੀ ਅਦਾਰਾ ਉਹਦਾ ਮੁਕਾਬਲਾ ਕਰ ਸਕਦਾ ਹੈ। ਪਰ ਜੇ ਸਰਕਾਰ ਪ੍ਰਾਈਵੇਟਾਂ ਨਾਲ ਖੜੀ ਹੈ ਤੇ ਉਹਨੇ ਸਾਰੀਆਂ ਗੱਲਾਂ ਦਾ ਭੱਠਾ ਪਾਇਆ ਹੈ। ਜੇ ਕਹਿਣਾ ਵਿੱਦਿਆ ਦੀ ਗੱਲ ਹੈ, ਸਰਕਾਰੀ ਸਕੂਲਾਂ ਮਗਰ ਪ੍ਰਾਈਵੇਟ ਲਿਆਏ, ਪ੍ਰਾਈਵੇਟਾਂ ਨੂੰ ਸੋਡਾ ਦੇ ਦਿੱਤੀਆਂ, ਸਰਕਾਰੀ ਸਕੂਲ ਮਾਂਜਤੇ। ਆਈ ਮਤਲਬ ਹਸਪਤਾਲ ਹੈ ਜਿਹੜੇ ਸਰਕਾਰੀ, ਉਹਨਾਂ ਦੇ ਮੁਕਾਬਲੇ ਸਰਕਾਰੀ ਪ੍ਰਾਈਵੇਟ ਹਸਪਤਾਲ ਲਿਆਏ, ਸਰਕਾਰੀ ਹਸਪਤਾਲ ਮਾਂਜਤੇ। ਅਸੀਂ ਪ੍ਰਾਈਵੇਟਾਂ 'ਚ ਇਲਾਜ ਕਰਾਉਣ ਜੋਗਰੇ ਨਹੀਂ। ਆਪਣਾ ਟੈਲੀਫੋਨ ਮਹਿਕਮਾ ਹੈ, ਪੂਰੀ ਤਰ੍ਹਾਂ ਇਹ ਮੁਨਾਫੇ ਜਾ ਰਿਹਾ ਸੀ, ਜਿੰਨਾ ਉਹ ਪ੍ਰਾਈਵੇਟਾਂ ਨੂੰ ਉਹ ਦਿੱਤੀਆਂ, ਇਹਦੇ ਜਿੰਨੇ ਮੁਲਾਜ਼ਮ ਹੈ ਉਹ ਭਰਤੀ ਹੋਈ ਨਹੀਂ ਕਰੀ। ਇਹੋ ਜਿਹਾ ਹਾਲ ਬਣਾਤਾ ਉਹਨਾਂ ਦਾ, ਜਿੰਦੇ ਉਹ ਟੈਲੀਫੋਨ ਜਿਹੜਾ ਮਹਿਕਮਾ ਹੈ BSNL ਹੈ ਉਹ ਮਾਂਜਿਆ ਪਿਆ, ਤੇ ਉਹਦਾ ਪੱਖੀ ਦਰ ਤੇ ਭੋਗ ਪਾਉਣ ਤੇ ਲੱਗੇ ਹੋਏ ਆ। ਜਿਹਦਾ ਮਤਲਬ ਜੇ ਸਰਕਾਰੀ ਮੰਡੀ ਜਾਊਗੀ, ਸਰਕਾਰੀ ਮੰਡੀ ਦੇ ਮੁਕਾਬਲੇ ਪ੍ਰਾਈਵੇਟ ਮੰਡੀ ਜਾਊਗੀ, ਸਰਕਾਰੀ ਮੰਡੀ ਦਾ ਭੋਗ ਪਾਉਣਾ ਚਾਹੁੰਦੇ ਹੈ, ਤੇ ਸਾਰਾ ਕੁਝ ਪ੍ਰਾਈਵੇਟਾਂ ਨੂੰ ਸੰਭਾਉਣਾ ਚਾਹੁੰਦੇ ਹੈ, ਤੇ ਇਹਦੇ ਨਾਲ ਕਿਸਾਨੀ ਬਚਦੀ ਨਹੀਂ। ਕੱਲੀ ਕਿਸਾਨੀ ਨਹੀਂ, ਇਹਦੇ ਨਾਲ ਜਿਹੜੇ ਮਜ਼ਦੂਰ ਹੈ, ਜਿਨ੍ਹਾਂ ਨੂੰ ਜਨਤਕ ਵੰਡ ਪ੍ਰਣਾਲੀ ਨਾਲ ਅਨਾਜ ਮਿਲਦਾ ਸੀ, ਉਹਦਾ ਵੀ ਭੋਗ ਪਾਉਣਾ ਚਾਹੁੰਦੇ ਪੱਕੇ ਤੌਰ ਤੇ। ਪਹਿਲਾਂ 18 ਚੀਜ਼ਾਂ ਮਿਲਦੀਆਂ ਹੁੰਦੀਆਂ ਸੀ, ਹੁਣ 2 ਤੇ ਆਏ ਹੋਏ ਹੈ ਵੀ ਹਾਂਜੀ ਤੁਹਾਨੂੰ ਕਣਕ ਆਟਾ ਆਪਣਾ ਕਣਕ ਦਾਲ ਦਿੰਦੇ ਆ। 18 ਚੀਜ਼ਾਂ ਕਿੱਧਰ ਗਈਆਂ? ਇਸ ਕਰਕੇ ਜੇ ਸਰਕਾਰ ਖਰੀਦੂਗੀ ਤਾਂ ਹੀ ਜਨਤਕ ਵੰਡ ਪ੍ਰਣਾਲੀ ਰਹੂ, ਤੇ ਜੇ ਸਰਕਾਰ ਨੇ ਖਰੀਦਣਾ ਨਹੀਂ, ਜਨਤਕ ਵੰਡ ਪ੍ਰਣਾਲੀ ਕਿੱਥੋਂ ਰਹਿ ਜੂ? ਦੂਜਾ ਉਹਨਾਂ ਦੀ ਦਲੀਲ ਹੈ ਵੀ ਸਟੋਰ ਭਰੇ ਪਏ, ਸਾਡੇ ਕੋਲ ਤਾਂ ਵਾਧੂ ਅਨਾਜ ਹੋ ਗਿਆ। ਕੋਈ ਅਨਾਜ ਵਾਧੂ ਨਹੀਂ। ਜਿੰਨੇ ਹਿੰਦੁਸਤਾਨ ਦੇ ਲੋਕ ਹੈ ਉਹਨਾਂ ਦੀ ਖਰੀਦ ਸ਼ਕਤੀ ਨਹੀਂ ਰਹੀ। ਆਏ ਸਾਲ ਭੁੱਖ ਨਾਲ ਲੋਕ ਮਰਦੇ, ਕਹਿੰਦੇ ਸਾਡੇ ਗੋਦਾਮ ਭਰੇ ਪਏ ਆ। ਉਹਨਾਂ ਨੂੰ ਖਰੀਦ ਸ਼ਕਤੀ ਦੇਣ ਜਾਂ ਉਹਨਾਂ ਨੂੰ ਫਰੀ ਅਨਾਜ ਦੇ ਦੇਣ, ਫਿਰ ਸਾਨੂੰ ਦਿਖਾਉਣ ਗੋਦਾਮ ਭਰਿਆ ਹੋਇਆ ਕੋਈ। ਇਸ ਕਰਕੇ ਕੋਈ ਉਹ ਵਾਧੂ ਅਨਾਜ ਨਹੀਂ, ਇਹਨਾਂ ਦੀਆਂ ਬਹਾਨੇਬਾਜ਼ੀਆਂ। ਬਾਬਾ ਲੱਖਾ ਸਿੰਘ ਇੱਕ ਨਵਾਂ ਪੜਾਅ ਸ਼ੁਰੂ ਹੋਇਆ। ਬਾਬਾ ਲੱਖਾ ਸਿੰਘ ਉੱਥੇ ਮੀਟਿੰਗ ਕਰਕੇ ਆਏ ਨੇ ਖੇਤੀ ਮੰਤਰੀ ਤੋਮਰ ਨਾਲ ਕਿ ਅਸੀਂ ਗੱਲਬਾਤ ਨੇੜੇ ਲਾਵਾਂਗੇ। ਕੀ ਲੱਗਦਾ ਤੁਹਾਨੂੰ? ਦੇਖੋ, ਜਿਸ ਕਿਸਮ ਦੇ ਕਿਸੇ ਧਾਰਮਿਕ ਬੰਦਿਆਂ ਨੂੰ ਲਿਆਉਣਾ, ਹੁਣ ਤਾਂ ਜਿੰਨੀ ਸਾਨੂੰ ਜਾਣਕਾਰੀ ਮਿਲੀ ਹੈ ਅਸੀਂ ਨਹੀਂ ਕਹਿ ਸਕਦੇ ਪੱਕੀ ਹੈ। ਸਾਨੂੰ ਤਾਂ ਪਤਾ ਲੱਗਿਆ ਕਿ ਉੱਥੇ ਸਮੈਕ ਦਾ ਕੇਸ ਬਣਿਆ, ਫਿਰ ਬਾਬਾ ਕਾਹਦਾ ਹੈ? ਕਹਿਣ ਨੂੰ ਬਾਬਾ ਹੈ,
ਤੇ ਉਹ ਸਾਡੇ ਨਾਲ ਕੋਈ ਲਿੰਕ ਨਹੀਂ, ਨਾ ਅਸੀਂ ਉਹਦੇ ਨਾਲ ਗੱਲ ਕਰੀਏ। ਜੇ ਇੱਧਰ ਆਵੇ ਹੋਰ ਕੋਈ ਜਥੇਬੰਦੀ ਕਰਦੇ ਉਹਨਾਂ ਦਾ ਆਪਦਾ ਮਾਮਲਾ ਹੈ, ਕਿਉਂ ਸਾਨੂੰ ਨਹੀਂ ਲੱਗਦਾ ਕੋਈ ਉਹਦੇ ਆਉਣ ਨਾਲ ਕੋਈ ਮਸਲਾ ਹੱਲ ਹੋਊਗਾ। ਉਹ ਤਾਂ ਇੱਥੋਂ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਆਦੇ ਸੀ ਉਹ ਪੈ ਜਾਣਾ, ਉਹਨਾਂ ਨੇ ਜਵਾਬ ਦਿੱਤਾ ਹੈ ਵੀ ਜੇ ਧਾਰਮਿਕ ਮਾਮਲਾ ਹੋਏ ਅਸੀਂ ਆ ਜਾਈਏ। ਇਹ ਕਿਸਾਨੀ ਦਾ ਮਾਮਲਾ, ਕਿੱਤੇ ਦਾ ਮਾਮਲਾ ਹੈ, ਤੇ ਠੀਕ ਗੱਲ ਹੈ, ਸਾਨੂੰ ਮੰਨ ਲੈਣੀ ਚਾਹੀਦੀ ਹੈ। ਅਸੀਂ ਧਾਰਮਿਕ ਤੌਰ 'ਤੇ ਇਹਦੇ 'ਚ ਕਿਉਂ ਦਖਲ ਦੇਈਏ? ਬਾਬਾ ਲੱਖਾ ਸਿੰਘ ਦੀ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਸੁਖਬੀਰ ਸਿੰਘ ਬਾਦਲ ਨਾਲ ਬੈਠੇ ਨੇ ਉਹ। ਕੀ ਲੱਗਦਾ ਤੁਹਾਨੂੰ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਤਾਲਮੇਲ ਹੈ? ਸਾਰਿਆਂ ਨਾਲ ਹੋ ਸਕਦਾ ਜੀ ਇਹਨਾਂ ਦਾ, ਜਿਸ ਕਿਸਮ ਦੇ ਕੋਈ ਗਲਤ ਕੰਮ ਕਰਦੇ ਹੈ, ਜੇ ਬਾਬੇ ਉਸਰਦੇ ਹੈ, ਇਹਨਾਂ ਦੇ ਜ਼ੋਰ ਤੇ ਉਸਰਦੇ ਹੈ, ਉਹਨਾਂ ਕੋਲੇ ਵੋਟਾਂ ਇਕੱਠੀਆਂ ਹੁੰਦੀਆਂ, ਇਹ ਵੋਟਾਂ ਦਾ ਉੱਥੋਂ ਭੰਡਾਰ ਲੈਂਦੇ ਆ। ਨਾਲੇ ਜੇਠੂ ਸਾਹਿਬ ਇੱਕ ਗੱਲ ਆ, ਫਿਰ ਇਹਦਾ ਮਤਲਬ ਚਾਹੇ ਹੁਣ ਬਾਬਿਆਂ ਨੂੰ ਪਾਉਣ ਚਾਹੇ ਜਿਹਨੂੰ ਮਰਜ਼ੀ ਪਾਉਣ, ਜਾਨੀ ਕਿ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਇਹ ਧਰਨੇ ਪ੍ਰਦਰਸ਼ਨ ਖਤਮ ਹੋਣ। ਜਿਹਨੂੰ ਮਰਜ਼ੀ ਪਾ ਲੈਣ, ਕਿਸੇ ਬਲਾਨੇ ਦੂਜੇ ਦੇਸ਼ਾਂ ਦੇ ਕਿਸੇ ਪ੍ਰਧਾਨ ਮੰਤਰੀ ਨੂੰ ਲਿਆਉਣ, ਰਾਸ਼ਟਰਪਤੀ ਨੂੰ ਲਿਆਉਣ, ਇਹ ਕਾਨੂੰਨ ਰੱਦ ਹੋਏ ਬਿਨਾਂ ਕੋਈ ਹੱਲ ਨਹੀਂ। ਦੂਜਾ ਸਰਕਾਰ ਕੋਲੇ ਤਾਕਤ ਹੈ, ਉਹ ਤਾਕਤ ਵਰਤ ਕੇ ਠਾ ਦੇ। ਦੋਨਾਂ ਰਾਹਾਂ ਤੋਂ ਬਿਨਾਂ ਕੋਈ ਰਾਹ ਨਹੀਂ। ਆਹ ਕਾਨੂੰਨ ਰੱਦ ਕਰਦੀ ਹੈ, ਇਹ ਅਸੀਂ ਸਮਝਦੇ ਸਰਕਾਰ ਦੇ ਹਿੱਤ 'ਚ ਹੈ। ਤੇ ਜੇ ਉਹਨਾਂ ਨੇ ਤਾਕਤ ਵਰਤੀ, ਸਾਨੂੰ ਆਪਦੇ ਤੇ ਭਰੋਸਾ ਇੰਨਾ, ਲੋਕਾਂ ਤੇ ਭਰੋਸਾ ਇੰਨਾ ਹੈ ਕਿ ਜਿੰਨੀ ਮਰਜ਼ੀ ਤਾਕਤ ਵਰਤੇ ਮੋਰਚਾ ਪੱਟ ਨਹੀਂ ਸਕਦੀ। ਤੇ ਜੇ ਤਾਕਤਵਾਦੀ ਮੋਰਚਾ ਨਾ ਪੱਟੇਗਾ ਤਾਂ ਸਰਕਾਰ ਕੋਲ ਕੀ ਰਹਿ ਗਿਆ? ਫਿਰ ਉਦੋਂ ਵੀ ਮੰਨੂਗੀ, ਜਿਹਦਾ ਮਤਲਬ ਇਹ ਬਣੂਗਾ ਵੀ 100 ਗੰਢਾ ਵੀ ਖਾ ਲਿਆ, 170 ਵੀ ਖਾ ਲਿਆ, 100 ਜੁਰਮਾਨਾ ਵੀ ਭਰਨਾ ਪੈ ਗਿਆ। ਇਸ ਕਰਕੇ ਇਸ ਰਾਹ 'ਚ ਨਾ ਤੁਰੇ ਸਰਕਾਰ। ਉਹਦੇ ਹਿੱਤ 'ਚ ਇਹ ਹੈ ਕਿ ਬਹੁਤ ਦੇਖ ਲਿਆ ਉਹਨੇ ਦਮ ਲੋਕਾਂ ਦਾ, ਜੇ ਉਹਨੂੰ ਲੱਗਦਾ ਉਹ ਥੱਕ ਜਾਣਗੇ, ਥੱਕਦੇ ਥੁੱਕਦੇ ਨਹੀਂ, ਸਾਲਾਂ ਬੱਧੀ ਲੜਾਂਗੇ, ਕਿਉਂਕਿ ਸਾਡੇ ਕੋਲ ਬਚਦਾ ਕੁਛ ਨਹੀਂ। ਸਾਡੇ ਬੱਚਿਆਂ ਦਾ ਭਵਿੱਖ ਦਾ ਸਵਾਲ ਹੈ। ਇਹਦੇ 'ਚ ਥੱਕਣ ਦਾ ਲੰਮੇ ਸਮੇਂ ਦਾ ਕਿੰਨਾ ਲੱਗਦਾ ਕੋਈ ਮਤਲਬ ਨਹੀਂ, ਜਿੰਨਾ ਮਰਜ਼ੀ ਚੱਲੇ। ਹਰ ਹਾਲਤ ਕਾਨੂੰਨ ਵਾਪਸ ਕਰਾਏ ਬਿਨਾਂ ਅਸੀਂ ਵਾਪਸ ਨਹੀਂ ਮੁੜਾਂਗੇ। 26 ਜਨਵਰੀ ਦੀ ਕੀ ਪਲੈਨਿੰਗ ਹੈ? 26 ਜਨਵਰੀ ਨੂੰ ਕਹਿ ਰਹੇ ਸੀ ਵੱਡਾ ਕਾਫਲਾ ਕੱਢਣਾ, ਕਿਵੇਂ ਆ? ਦੇਖੋ 26 ਦਾ ਐਲਾਨ ਹੋ ਗਿਆ ਕਿ ਅਸੀਂ ਪਰੇਡ ਕਰਾਂਗੇ, ਟਰੈਕਟਰਾਂ ਦੀ ਪਰੇਡ ਕਰਾਂਗੇ। ਕਿੱਥੇ ਕਰਨੀ ਹੈ, ਕਿਵੇਂ ਕਰਨੀ ਹੈ, ਕਿੰਨੇ ਟਰੈਕਟ ਕਰਨੇ ਹੈ, ਪੂਰੇ ਸਟੇਟਾਂ 'ਚ ਵੀ ਉਹਦਾ ਕੋਈ ਸੱਦਾ ਦੇਣਾ ਹੈ। ਉਹਦਾ ਠੋਸ ਤਾਂ ਜਾਣਕਾਰੀ ਅੱਜ ਆਪਾਂ ਨੂੰ ਮਿਲੂਗੀ, ਕਿਉਂਕਿ ਉਹ ਜਿਹੜੀ ਸਾਂਝਾ ਮੋਰਚਾ ਬਣਿਆ ਹੋਇਆ ਸਾਰੀਆਂ ਸਟੇਟਾਂ ਦਾ, ਉਹਦੀ ਮੀਟਿੰਗ ਚੱਲ ਰਹੀ ਹੈ। ਉਹ 'ਚ 26 ਜਨਵਰੀ ਦੇ ਸੰਬੰਧ 'ਚ ਗੱਲਬਾਤ ਜਾਰੀ ਹੈ, ਜਾਨੀ ਕਿ ਹਾਂਜੀ ਉਹਦੇ ਜਾਰੀ ਹੈ। ਅੱਜ ਉਹ ਸ਼ਾਮ ਤੱਕ ਸਾਨੂੰ ਉਮੀਦ ਹੈ ਵੀ ਉਹ ਪੂਰਨ ਤੌਰ ਰੂਪ 'ਚ ਉਹਦੀ ਬਿਉਂਤਬਾੜੀ ਆ ਜਾਊਗੀ। ਉਹਦੇ ਹਿਸਾਬ ਨਾਲ ਅਸੀਂ ਤਿਆਰੀ ਵਿੱਢ ਦੇਣੀ ਹੈ। ਜਾਨੀ ਕਿ ਹੁਣ ਤੁਹਾਡਾ ਆਖਰੀ ਇਹੀ ਆ ਵੀ ਖੇਤੀ ਕਾਨੂੰਨ ਰੱਦ ਕਰਵਾ ਕੇ ਵਾਪਸ ਪਰਤਣਾ, ਨਹੀਂ ਪਰਤਣਾ, ਜਿਵੇਂ ਦਾ ਜੋਸ਼ ਚੱਲ ਰਿਹਾ। ਇਹ ਤੋਂ ਬਿਨਾਂ ਬਚਦੇ ਨਹੀਂ ਅਸੀਂ। ਜੇ ਅਸੀਂ ਇਸ ਗੱਲ ਤੇ ਇੰਨੇ ਅੜੀ ਖੜੇ ਆ, ਇੰਨੀ ਜਿੱਦ ਕਰੀ ਖੜੇ ਆ, ਇਹ ਤੋਂ ਬਿਨਾਂ ਬਚਦੀ ਨਹੀਂ ਖੇਤੀ। ਜੇ ਖੇਤੀ ਨਹੀਂ ਬਚਦੀ, ਸਾਡੇ ਬੱਚਿਆਂ ਦਾ ਭਵਿੱਖ ਨਹੀਂ ਬਚਦਾ। ਅਸੀਂ ਤਾਂ ਨਗਾਈ ਬੈਠੇ ਆ, ਆਪਦੀ ਜਾਇਗਾ ਨਾ ਹੋਵੇ। ਜਿਹੜੇ 70 75 ਸਾਲ ਦੇ ਆ, ਸਾਡੇ ਬੱਚਿਆਂ ਦਾ ਭਵਿੱਖ ਹੈ। ਤੇ ਸਾਡਾ ਦੇਸ਼ ਵੀ ਖੇਤੀ ਪ੍ਰਧਾਨ ਹੈ। ਜੇ ਖੇਤੀ ਨਹੀਂ ਬਚਦੀ, ਫਿਰ ਸਾਡਾ ਦੇਸ਼ ਵੀ ਨਹੀਂ ਬਚਦਾ। ਇਹ ਖੇਤੀ ਨੂੰ ਉਜਾੜ ਕੇ ਕੁਝ ਕਾਰਪੋਰੇਟ ਘਰਾਣਿਆਂ ਨੂੰ ਹੋਰ ਵੱਧ ਧਨ ਇਕੱਠਾ ਕਰਕੇ ਉਹਨਾਂ ਦੀ ਤਰੱਕੀ ਦਿਖਾਉਂਦੇ ਆ। ਉਹਦੇ ਨਾਲ ਦੇਸ਼ ਦੀ ਤਰੱਕੀ ਨਹੀਂ ਹੁੰਦੀ, ਬੰਦਿਆਂ ਦੀ ਤਰੱਕੀ ਹੁੰਦੀ ਹੈ। ਇਸ ਕਰਕੇ ਲੋਕਾਂ ਦੀ ਤਰੱਕੀ ਖੇਤੀ ਨਾਲ ਜੁੜੀ ਹੋਈ ਹੈ। ਜੇ ਲੋਕਾਂ ਦੀ ਤਰੱਕੀ ਦਾ ਹੁਣ ਜਿਹੜੇ ਆਹ ਲਿਆਏ ਆ ਕਾਨੂੰਨ ਮਜ਼ਦੂਰਾਂ ਵਾਸਤੇ ਕਿ ਇਹ 8 ਘੰਟੇ ਨੂੰ ਹੁਣ 12 ਘੰਟੇ ਕੰਮ ਕਰਨਗੇ, ਇਹ ਯੂਨੀਅਨ ਵੀ ਨਹੀਂ ਬਣਾ ਸਕਦੇ। ਇਹਨਾਂ ਨੂੰ ਜੋ ਮਾੜੀ ਮੋਟੀ ਸਹੂਲਤ ਮਿਲਦੀ ਉਹ ਵੀ ਨਹੀਂ ਦੇਣੀ। ਜਿਹਨਾਂ ਦੀ ਆਏ ਕਿਹੜੇ ਕੰਮ ਤੇ ਹੈ, ਜਿਹਦਾ ਮਤਲਬ ਕੋਈ ਮਾਮਲਾ ਨਹੀਂ। ਜੇ ਇਹਨਾਂ ਦੇ ਰਵੱਈਏ ਦੀ ਗੱਲ ਕਰਨੀ ਹੋਵੇ, ਇੱਥੇ 70 ਤੋਂ ਉੱਤੇ ਮੌਤਾਂ ਹੋ ਚੁੱਕੀਆਂ, ਸਾਡੇ ਸ਼ਹੀਦ ਹੋ ਚੁੱਕੇ ਹੈ। ਜੇ ਇੰਨੇ ਪਰਿਵਾਰਾਂ ਦੇ ਸਾਡੇ ਜੀਅ ਭੁਰ ਗਏ ਕਿ ਇਹਨਾਂ ਕੋਲੇ 2 ਸ਼ਬਦ ਨਹੀਂ ਸੀ ਉਹਨਾਂ ਪਰਿਵਾਰਾਂ ਨਾਲ ਸਾਂਝੇ ਕਰ ਲੈਂਦੇ। ਮਾਜਵਾ ਦੇਣ ਦੀ ਗੱਲ ਤਾਂ ਦੂਰ, ਸਧਾਰਨ ਸ਼ਬਦ ਨਹੀਂ ਸਾਂਝੇ ਉਹਨਾਂ ਪਰਿਵਾਰਾਂ ਨਾਲ ਕੀਤੇ, ਦੁੱਖ ਨਹੀਂ ਜ਼ਾਹਰ ਕੀਤਾ ਵੀ ਸਾਨੂੰ ਬਹੁਤ ਦੁੱਖ ਹੈ। ਤੇ ਜਿਹਦਾ ਮਤਲਬ ਸਾਬਤ ਹੋ ਗਿਆ ਕਿ ਲੋਕਾਂ ਦੇ ਹੈ ਨਹੀਂ, ਇਹ ਜੋਕਾਂ ਦੇ ਹੈ। ਉਸ ਦਿਨ ਵਿਗਿਆਨ ਭਵਨ 'ਚ ਸ਼ਰਧਾਂਜਲੀ ਵੀ ਭੇਂਟ ਕਰੀ, ਪਹਿਲਾਂ ਵੀ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਆ, ਉਸ ਤੋਂ ਬਾਅਦ ਲੱਗਦਾ ਸੀ ਵੀ ਕੋਈ ਸਿੱਟਾ ਨਿਕਲੂ ਜਾਂ ਗੱਲਬਾਤ ਕਰਨਗੇ। ਦੇਖੋ ਸ਼ਰਧਾਂਜਲੀ ਭੇਂਟ ਇੱਧਰੋਂ ਜਥੇਬੰਦੀਆਂ ਨੇ ਕਹਿਤਾ ਵੀ ਇੰਨੇ ਸਾਡੇ ਇੱਥੇ ਕੁਰਬਾਨੀਆਂ ਹੋ ਗਈਆਂ, ਸ਼ਹੀਦੀਆਂ ਹੋ ਗਈਆਂ, ਸਾਨੂੰ ਸ਼ਰਧਾਂਜਲੀ ਤਾਂ ਦੇਣੀ ਚਾਹੀਦੀ ਹੈ। ਉਹ ਤਾਂ ਮਜਬੂਰੀ 'ਚ ਤੋਮਰ ਸਾਹਿਬ ਨੂੰ ਖੜਾ ਹੋਣਾ ਪੈ ਗਿਆ। ਇਸ ਗੱਲ ਤੋਂ ਕਿਵੇਂ ਜਵਾਬ ਦਿੰਦੇ? ਜੇ ਇੱਧਰੋਂ ਸਾਡੀ ਜਥੇਬੰਦੀ ਨੇ ਰੱਖ ਲਵੇ, ਉਹਨੂੰ ਸ਼ਰਧਾਂਜਲੀ ਦੇਣੀ ਚਾਹੀਦੀ ਹੈ। ਸਾਨੂੰ ਗੱਲਬਾਤ ਫੇਰ ਕਰਾਂਗੇ, ਇਸ ਕਰਕੇ ਉਹਨੂੰ ਖੜੇ ਹੋਣਾ ਪੈ ਗਿਆ। ਜੇ ਤਾਂ ਤੋਮਰ ਸਾਹਿਬ ਕਹਿੰਦੇ ਵੀ ਆਪਾਂ ਸ਼ਰਧਾਂਜਲੀ ਦੇਣੀ ਹੈ, ਫਿਰ ਅਸੀਂ ਸਮਝਦੇ ਵੀ ਉਹਨਾਂ ਦੀ ਕੋਈ ਹਮਦਰਦੀ ਹੈ। ਇਹ ਤਾਂ ਇੱਧਰੋਂ ਰੱਖਿਆ ਗਿਆ ਜਥੇਬੰਦੀਆਂ ਵੱਲੋਂ, ਤਾਂ ਉਹ ਖੜੇ ਸ਼ਰਧਾਂਜਲੀ ਦਿੱਤੀ ਹੈ। 15 ਜਨਵਰੀ ਦੀ ਮੀਟਿੰਗ ਵਾਸਤੇ ਕੀ ਤੁਹਾਨੂੰ ਲੱਗਦਾ ਕੋਈ ਸਿੱਟਾ ਨਿਕਲਣਾ? ਕੋਈ ਸਿੱਟਾ ਨਹੀਂ ਨਿਕਲਣਾ ਜੇ 15 ਦੀ ਮੀਟਿੰਗ 'ਚ ਵੀ, ਕਿਉਂਕਿ ਜੇ ਉਹ ਐਂ ਕਹੀ ਜਾਂਦੇ ਹੈ ਵੀ ਇਹ ਕਾਨੂੰਨ ਤਾਂ ਬਹੁਤ ਠੀਕ ਹੈ, ਤੇ ਜਿਹੜੀਆਂ ਫਰਜ਼ੀ ਜਥੇਬੰਦੀਆਂ ਖੜੀਆਂ ਕਰੀਆਂ ਉਹਨਾਂ ਨੂੰ ਕਹੀ ਜਾਂਦੇ ਵੀ ਉਹ ਜਥੇਬੰਦੀਆਂ ਕਹਿੰਦੇ ਸਾਡੇ ਹਿੱਤ ਦੇ ਆ ਕਾਨੂੰਨ। ਸਾਨੂੰ ਇੱਕ ਥਾਂ ਵੀ ਉਹਨਾਂ ਦੀ ਰੈਲੀ ਦਿਖਾ ਦੇਣ ਵੀ ਫਲਾਣੇ ਪਿੰਡ 'ਚ ਰੈਲੀ ਕੀਤੀ, ਅਸੀਂ ਮੰਨ ਲਾਂਗੇ ਵੀ ਹੈਗਾ ਕੁਛ। ਲੜਾਈ ਤਾਂ ਦੂਰ ਦੀ ਗੱਲ, ਉਹ ਰੈਲੀਆਂ ਵੀ ਨਹੀਂ ਕੀਤੀਆਂ, ਉਹੀ ਰਾਤੋਂ ਰਾਤ ਖੜੀਆਂ ਕੀਤੀਆਂ ਜਥੇਬੰਦੀਆਂ ਨੂੰ ਮੁਕਾਬਲਾ ਦਿਖਾਉਂਦੇ ਆ। ਉਹਨਾਂ ਨੂੰ ਖੜੀਆਂ ਕਰਕੇ ਇੱਥੋਂ ਤੱਕ ਕਹਿਣ ਲੱਗ ਗਏ ਕਿ ਉਹ ਅਸਲ ਜਥੇਬੰਦੀਆਂ, ਜੋ ਅਸਲ ਜਥੇਬੰਦੀਆਂ ਉਹਨਾਂ ਨੂੰ ਨਿਬੇੜ ਲੈਣ। ਫਿਰ ਨਕਲੀ ਜਥੇਬੰਦੀਆਂ ਨਾਲ ਮੀਟਿੰਗ ਕਿਉਂ ਕਰਦੇ ਆ? 15 ਨੂੰ ਨਕਲੀ ਜਥੇਬੰਦੀਆਂ ਨਾਲ ਮੀਟਿੰਗ ਕਿਉਂ ਰੱਖ ਲਈ? ਇਹਦਾ ਮਤਲਬ ਉਹ ਆਪਦੀ ਪੀੜ੍ਹੀ ਥੱਲੇ ਛੋਟੀ ਮਾਰਨ। ਉਹਨਾਂ ਦਾ ਕਿਰਦਾਰ ਕੀ ਬਣਦਾ ਹੈ? ਜੇ ਕਿਸੇ ਨੂੰ ਕੋਈ ਨਕਲੀ ਕਹਿੰਦਾ ਹੈ, ਆਪਾਂ ਨਕਲੀ ਨੋਟ ਲੈਂਦੇ ਹਾਂ, ਜੇ ਅਗਲਾ ਕਹਿੰਦਾ ਨਕਲੀ ਨੋਟਾਂ ਲੈ ਜਾ,
ਆਪਾਂ ਫੜਾਂਗੇ ਫੜ ਕੇ ਛੱਟਾਂਗੇ। ਤੇ ਉਹ ਇੱਕ ਪਾਸੇ ਨਕਲੀ ਕਹੀ ਜਾਂਦੇ ਆ, ਉਹਨਾਂ ਨਾਲ ਹੀ ਮੀਟਿੰਗਾਂ ਕਰੀ ਜਾਂਦੀ ਹੈ। ਇਹ ਤਾਂ ਉਹ ਦੇਖਣ ਉਹਨਾਂ ਦਾ ਕੀ ਬਣ ਰਿਹਾ, ਕਿਰਦਾਰ ਕੀ ਬਣ ਰਿਹਾ। ਰੂਪਰੇਖਾ 45 ਦਿਨਾਂ 'ਚ ਪਹੁੰਚ ਗਈ। 45 ਦਿਨਾਂ ਦੀ ਰੂਪਰੇਖਾ ਬਿਲਕੁਲ ਸਹੀ ਰਹੀ ਹੈ, ਪੂਰੀ ਤਰ੍ਹਾਂ ਸਹੀ ਚੱਲ ਰਿਹਾ, ਕਿਉਂਕਿ ਇਹ ਅੰਦੋਲਨ ਹੈ ਜਿਹੜਾ ਹੁਣ ਪੂਰੀ ਦੁਨੀਆ ਦਾ ਬਣ ਚੁੱਕਿਆ। ਉਹ ਭਾਵਨਾ ਦੇ ਤੌਰ ਤੇ, ਮਾਨਸਿਕ ਤੌਰ ਤੇ ਪੂਰੀ ਦੁਨੀਆ ਦੇ ਲੋਕ ਸਾਡੇ ਨਾਲ ਜੁੜੇ ਹੋਏ ਹੈ। ਤੇ ਇਹੋ ਜਿਹਾ ਕੋਈ ਦੇਸ਼ ਨਹੀਂ ਜਿੱਥੇ ਹਿੰਦੁਸਤਾਨ ਦੇ ਲੋਕ ਹੋਣ ਤੇ ਉੱਥੇ ਧਰਨਾ ਮੁਜ਼ਾਹਰਾ ਨਾ ਹੋਇਆ ਹੋਵੇ। ਇਦੋਂ ਵੱਡੀ ਹੋਰ ਕਿਸੇ ਘੋਲ ਨੂੰ ਕੀ ਸਪੋਰਟ ਹੋ ਸਕਦੀ ਹੈ। ਜਿਹਨਾਂ ਦੀ ਦੁਨੀਆ ਦਾ ਘੋਲ ਬਣ ਗਿਆ, ਇਹ ਆਪਦੀ ਅੜੀ ਤੇ ਫੇਰ ਖੜੇ ਹੈ। ਬਾਕੀ ਸਟੇਟਾਂ ਵੀ ਬਹੁਤ ਉੱਠ ਚੁੱਕੀਆਂ ਨੇ, ਪੂਰਾ ਜਨ ਜਿੰਨਾ ਇਹ ਲੰਮਾ ਚੱਲੂਗਾ ਉੱਠ ਰਹੀਆਂ, ਹੋਰ ਤੇਜ਼ੀ ਨਾਲ ਹੋਰ ਵਾਧਾ ਹੋਊਗਾ ਉਹਨਾਂ 'ਚ। ਜਿੱਦੇ ਪੰਜਾਬ ਚੱਲਦੇ ਹਰਿਆਣਾ ਨਹੀਂ ਸੀ ਉੱਠਿਆ, ਜਦੋਂ ਇੱਥੇ ਆ ਗਿਆ ਹਰਿਆਣਾ ਉੱਠ ਖੜਿਆ, ਰਾਜਸਥਾਨ ਉੱਠ ਖੜਿਆ। ਇਹਦੇ ਨਾਲ ਦੂਜੀਆਂ ਸਟੇਟਾਂ ਉੱਠੀ ਜਾਂਦੀਆਂ। ਜਿੰਨਾ ਲੰਮਾ ਹੋਰ ਚੱਲੂ, ਦੂਜੀਆਂ ਸਟੇਟਾਂ ਵੀ ਪੰਜਾਬ ਵਾਂਗੂ ਖੜੀਆਂ ਹੋਣਗੀਆਂ। ਸਰਕਾਰ ਦੀਆਂ ਤੇ ਉੱਤੇ ਵੀ ਮੰਨਣਾ ਪਊਗਾ ਉਹਨੂੰ। ਹਾਂਜੀ ਹਾਂ, ਸਰਕਾਰ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ, ਜਾਨੀ ਕਿ ਪੂਰੀ ਤਰ੍ਹਾਂ ਵਧਣਗੀਆਂ। ਜਿੰਨਾ ਅੰਦੋਲਨ ਲੰਮਾ ਹੋ ਜਾ ਉਹਦੇ ਵਾਸਤੇ ਵਧੀ ਜਾਣੀ ਹੈ। ਉਹਦੇ ਵਾਸਤੇ ਇੱਕੋ ਹੀ ਰਾਹ ਕਿ ਇਹ ਸਾਰੀਆਂ ਗੱਲਾਂ ਮੰਨਣ ਤੇ ਲੋਕ ਖੁਸ਼ੀ ਉਹਦੇ ਘਰਾਂ ਜਾਣ। ਇਹਦੇ ਨਾਲ ਸਰਕਾਰ ਦਾ ਕੁਝ ਬਚਦਾ ਨਹੀਂ, ਬਚਣਾ ਨਹੀਂ ਸਰਕਾਰ ਦਾ। ਹਾਕਮਾਂ ਨੂੰ ਭੁਲੇਖਾ ਹੁੰਦਾ ਹੈ, ਜਿੰਨਾ ਚਿਰ ਜਮਾ ਮੱਛੀ ਕਹਿੰਦੇ ਪੱਥਰ ਚੱਟੇ ਬਣਾ ਨਹੀਂ ਮੁੜਦੀ। ਉਹਨੂੰ ਲੱਗਦਾ ਵੀ ਖਾਣ ਵਾਲੀ ਚੀਜ਼ ਹੈ। ਇਹਨੂੰ ਲੱਗਦਾ ਵੀ ਸਾਡੀ ਐਡੀ ਵੱਡੀ ਤਾਕਤ, ਸਾਡੇ ਕੋਲ ਫੌਜ ਹੈ, ਪੁਲਿਸ ਹੈ, ਸਾਡੇ ਕੋਲ ਕੋਰਟ ਕਚਹਿਰੀਆਂ, ਕਿੰਨੇ ਇਹਨਾਂ ਕੋਲ ਪ੍ਰਚਾਰ ਦੇ ਸਾਧਨ ਹੈ, ਗੋਦੀ ਮੀਡੀਆ ਹੈ। ਇਹਨੂੰ ਲੱਗਦਾ ਵੀ ਬਦਲਾ ਲਾਂਗੇ ਲੋਕਾਂ ਨੂੰ। ਜੇ ਹੁਣ ਤੱਕ ਨਹੀਂ ਬੰਦ ਲੈ ਦੁਕਾਨ ਕਿੱਥੋਂ ਬਦਲਾ ਲਾਉਣਗੇ। ਸੋ ਇਹ ਸਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜਿਨ੍ਹਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਪਿੱਛੇ ਨਹੀਂ ਹਟਦੀਆਂ। ਸਾਡੇ ਪ੍ਰਦਰਸ਼ਨ 45 ਦਿਨ ਦੇ ਪ੍ਰਦਰਸ਼ਨ ਦਿੱਲੀ ਬਾਰਡਰਾਂ ਤੇ ਹੋ ਗਏ। ਪਿਛਲੇ 4 ਮਹੀਨਿਆਂ ਤੋਂ ਪੰਜਾਬ 'ਚ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ, ਜਿਨ੍ਹਾਂ ਦੀ ਰੂਪ ਰੇਖਾ ਬਿਲਕੁਲ ਸਹੀ ਚੱਲ ਰਹੀ ਆ। ਸਹੀ ਤਰੀਕੇ ਨਾਲ ਅੱਗੇ ਜਾ ਰਹੇ ਹਾਂ ਤੇ ਪ੍ਰਦਰਸ਼ਨ ਕਰਦੇ ਰਹਾਂਗੇ। ਅਸੀਂ ਖੇਤੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਰੱਦ ਕਰਵਾ ਕੇ ਹੀ ਹਟਾਂਗੇ। ਸੋਧਾਂ ਸਾਨੂੰ ਨਹੀਂ ਮਨਜ਼ੂਰ। ਅਸੀਂ ਪਿਛਲੇ ਸਮੇਂ ਤੋਂ ਕਹਿ ਰਹੇ ਹਾਂ ਕਿ ਸੋਧਾਂ ਸਾਨੂੰ ਨਹੀਂ ਮਨਜ਼ੂਰ, ਅਸੀਂ ਨਹੀਂ ਕਰਵਾਉਣੀਆਂ। ਅਸੀਂ ਪੂਰੇ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਹਟਾਂਗੇ। ਰਸਪਿੰਦਰ ਪ੍ਰਿੰਸ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ, ਟਿਕਰੀ ਬਾਰਡਰ।